ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਕਰਾਂਗੇ ਅੱਖਰ ਅਤੇ ਵਰਣਮਾਲਾ। ਅੱਖਰ ਕਿਸ ਨੂੰ ਕਹਿੰਦੇ ਹਨ ਅਤੇ ਵਰਣਮਾਲਾ ਕਿਸ ਨੂੰ ਕਹਿੰਦੇ ਹਨ, ਇਸੇ ਬਾਰੇ ਤੁਹਾਨੂੰ ਇਸ ਪਾਠ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਬੱਚਿਓ, ਬੋਲਦੇ ਸਮੇਂ ਸਾਡੇ ਮੂੰਹੋਂ ਕੁਝ ਧੁਨੀਆਂ ਨਿਕਲਦੀਆਂ ਹਨ। ਇਨ੍ਹਾਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਇਹਨਾਂ ਚਿੰਨ੍ਹਾਂ ਨੂੰ ਹੀ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ। ਇਟ ਮੀਨਸ ਜਦੋਂ ਅਸੀਂ ਕੁਝ ਵੀ ਬੋਲਦੇ ਹਾਂ, ਜੋ ਆਵਾਜ਼ ਨਿਕਲਦੀ ਹੈ ਸਾਡੀ, ਉਸਨੂੰ ਲਿਖਤੀ ਰੂਪ ਲਿਖਣ ਲਈ ਜਿਨ੍ਹਾਂ ਚਿੰਨ੍ਹਾਂ ਦੀ आवश्यकता ਪੈਂਦੀ ਹੈ, ਲੋੜ ਪੈਂਦੀ ਹੈ, ਉਹਨਾਂ ਚਿੰਨ੍ਹਾਂ ਨੂੰ ਹੀ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਵਰਣ ਹੈ। ਇਸ ਦੇ ਭਾਗ ਨਹੀਂ ਹੋ ਸਕਦੇ। ਜੋ ਵਰਣ ਹੈ ਉਸਨੂੰ ਵੰਡਿਆ ਨਹੀਂ ਜਾ ਸਕਦਾ। ਕਿਸੇ ਭਾਸ਼ਾ ਨੂੰ ਸਿੱਖਣ ਲਈ ਸਭ ਤੋਂ ਪਹਿਲੇ ਉਸਦੇ ਵਰਣਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਾਨੂੰ ਵਰਣਾਂ ਦਾ ਗਿਆਨ ਨਹੀਂ ਹੈ ਤੇ ਅਸੀਂ ਕੋਈ ਵੀ ਭਾਸ਼ਾ ਨਹੀਂ ਲਿਖ ਸਕਦੇ। ਔਰ ਜੋ ਵਰਣ ਹੈ ਉਸਦੇ ਦੋ ਹਿੱਸੇ, ਉਸਨੂੰ ਵੰਡਿਆ ਨਹੀਂ ਜਾ ਸਕਦਾ। ਜਿਵੇਂ ਵਰਣ ਬ ਪਲਸ ਲ ਪਲਸ ਦ, ਇਹਨਾਂ ਤਿੰਨਾਂ ਵਰਣਾਂ ਨੂੰ ਮਿਲ ਕੇ ਹੀ ਸ਼ਬਦ ਬਲਦ ਬਣਿਆ ਹੈ। ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ 35 ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਅਸੀਂ ਪੰਜਾਬੀ ਭਾਸ਼ਾ ਲਿਖਣੀ ਹੈ ਤਾਂ ਸਾਨੂੰ ਸਭ ਤੋਂ ਪਹਿਲੇ ਪੰਜਾਬੀ ਦੇ 35 ਅੱਖਰਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਾਨੂੰ ਪੰਜਾਬੀ ਦੇ 35 ਅੱਖਰਾਂ ਦਾ ਗਿਆਨ ਨਹੀਂ ਹੈ ਤਾਂ ਅਸੀਂ ਪੰਜਾਬੀ ਨਹੀਂ ਲਿਖ ਸਕਦੇ। ਉਹ 35 ਅੱਖਰ ਹਨ ਊੜਾ, ਐੜਾ, ਈੜੀ, ਸੱਸਾ, ਹਾਹਾ। ਊੜੇ ਤੋਂ ਲੈ ਕੇ ਰਾੜਾ ਤੱਕ ਇਹ ਪੰਜਾਬੀ ਦੇ 35 ਅੱਖਰ ਹਨ। ਹੌਲੀ ਹੌਲੀ ਉਰਦੂ ਅਤੇ ਫਾਰਸੀ ਸ਼ਬਦਾਂ ਦਾ ਪੰਜਾਬੀ ਭਾਸ਼ਾ ਵਿੱਚ ਰਲਾ ਹੋਣ ਕਰਕੇ ਇਸ ਵਿੱਚ 6 ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਗਾ ਦਿੱਤੀ ਗਈ ਹੈ। ਹੌਲੀ ਹੌਲੀ ਕੀ ਹੋਇਆ, ਕੁਝ ਸ਼ਬਦ ਉਰਦੂ ਅਤੇ ਫਾਰਸੀ ਦੀ ਤੋਂ ਪੰਜਾਬੀ ਭਾਸ਼ਾ ਵਿੱਚ ਆ ਕੇ ਮਿਲ ਗਏ ਔਰ ਉਹਨਾਂ ਅੱਖਰਾਂ ਨੂੰ ਲਿਖਣ ਲਈ ਪੰਜਾਬੀ ਵਿੱਚ 6 ਅੱਖਰਾਂ ਵਿੱਚ ਬਿੰਦੀ ਲਗਾ ਦਿੱਤੀ ਗਈ। ਹੁਣ ਕੀ ਹੋਇਆ, ਇਹਨਾਂ ਅੱਖਰਾਂ ਵਿੱਚ ਬਿੰਦੀ ਲਗਾਉਣ ਨਾਲ ਪੰਜਾਬੀ ਵਿੱਚ 41 ਅੱਖਰ ਹੋ ਗਏ ਹਨ। ਕਿ ਹੁਣ ਪੰਜਾਬੀ ਭਾਸ਼ਾ ਦੇ ਵੀ ਪੰਜਾਬੀ ਵਿੱਚ 41 ਅੱਖਰ ਹੋ ਗਏ ਹਨ। ਗੁਰਮੁਖੀ ਲਿਪੀ, ਹਰ ਇੱਕ ਭਾਸ਼ਾ ਨੂੰ ਲਿਖਣ ਲਈ ਇੱਕ ਲਿਪੀ ਹੁੰਦੀ ਹੈ। ਜਿਵੇਂ ਹਿੰਦੀ ਲਿਖਣ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ 41 ਅੱਖਰ, 10 ਲਗਾ ਅਤੇ 3 ਲਗਾ ਅੱਖਰ ਹਨ। ਜਦ ਸਾਨੂੰ ਪੰਜਾਬੀ ਭਾਸ਼ਾ ਵਿੱਚ 41 ਅੱਖਰਾਂ, 10 ਲਗਾ ਅੱਖਰਾਂ ਅਤੇ 10 ਲਗਾ ਅਤੇ 3 ਲਗਾ ਅੱਖਰਾਂ ਦਾ ਗਿਆਨ ਹੋਵੇਗਾ ਤਾਂ ਹੀ ਅਸੀਂ ਪੰਜਾਬੀ ਲਿਖ ਸਕਦੇ ਹਾਂ। ਵਰਣਮਾਲਾ। ਵਰਣਮਾਲਾ ਕਿਸ ਨੂੰ ਕਹਿੰਦੇ ਹਨ? ਵਰਣਾਂ ਜਾਂ ਅੱਖਰਾਂ ਨੂੰ ਨਿਸ਼ਚਿਤ ਤਰਤੀਬ ਵਿੱਚ ਲਿਖਿਆ ਜਾਂਦਾ ਹੈ ਤਾਂ ਉਹ ਵਰਣਮਾਲਾ ਬਣ ਜਾਂਦੀ ਹੈ। ਜਦੋਂ ਅਸੀਂ ਵਰਣਾਂ ਨੂੰ ਇੱਕ ਕ੍ਰਮ ਵਿੱਚ ਲਿਖਦੇ ਹਾਂ, ਇੱਕ ਨਿਸ਼ਚਿਤ ਕੀਤਾ ਹੋਇਆ ਕ੍ਰਮ ਹੈ ਕਿ ਸਾਨੂੰ ਇਸੇ ਕ੍ਰਮ ਵਿੱਚ ਲਿਖਣਾ ਹੈ, ਔਰ ਜਦ ਅਸੀਂ ਅੱਖਰਾਂ ਨੂੰ ਉਸੇ ਕ੍ਰਮ ਵਿੱਚ ਲਿਖਦੇ ਹਾਂ ਤਾਂ ਉਹ ਵਰਣਮਾਲਾ ਬਣ ਜਾਂਦੀ ਹੈ। ਪੰਜਾਬੀ ਵਿੱਚ 41 ਅੱਖਰ ਹਨ ਅਤੇ ਇਹਨਾਂ ਅੱਖਰਾਂ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਟੋਟਲ 41 ਅੱਖਰ ਹਨ ਔਰ ਉਹਨਾਂ ਨੂੰ ਅੱਖਰਾਂ ਨੂੰ ਜੋ 41 ਅੱਖਰ ਹਨ ਉਹਨਾਂ ਦੇ 8 ਵਰਗ ਵਿੱਚ ਵੰਡਿਆ ਗਿਆ, 8 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਮੁੱਖ ਵਰਗ, ਸਭ ਤੋਂ ਪਹਿਲਾਂ ਕੀ ਹੈ, ਮੁੱਖ ਵਰਗ ਹੈ ਊੜਾ ਤੋਂ ਹਾਹਾ ਤੱਕ ਦਾ। ਕੱਕਾ ਵਰਗ, ਕੱਕਾ ਤੋਂ ਅਈਆਂ ਤੱਕ ਦਾ। ਚੱਚਾ ਵਰਗ, ਚੱਚਾ ਤੋਂ ਯਈਆਂ ਤੱਕ ਦਾ।
ਟੈਂਕਾ ਵਰਗ ਟੈਂਕੇ ਤੋਂ ਨਾਣਾ ਤੱਕ ਦਾ। ਤੱਤਾ ਵਰਗ ਤੱਤਾ ਤੋਂ ਨੰਨਾ ਤੱਕ ਦਾ। ਪੱਪਾ ਵਰਗ ਪੱਪਾ ਤੋਂ ਮੰਮਾ ਤੱਕ ਦਾ। ਅੰਤਮ ਵਰਗ ਯਈਆ ਤੋਂ ਰਾੜਾ। ਨਵੀਨ ਵਰਗ ਇਹ ਉਹੀ ਵਰਗ ਹੈ ਜੋ ਉਰਦੂ ਔਰ ਫਾਰਸੀ ਸ਼ਬਦ ਆਣ ਕਰਕੇ ਪੰਜਾਬੀ ਵਿੱਚ ਬਣਿਆ। ਇਸ ਵਿੱਚ ਇਹ ਸੱਸਾ ਪੈਰ ਬਿੰਦੀ ਸ਼ਾਹ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ ਦਾ ਹੈ। ਅੱਖਰਾਂ ਦੀਆਂ ਕਿਸਮਾਂ। ਹੁਣ ਵਰਨ ਜਾਂ ਅੱਖਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ? 2 ਤਰ੍ਹਾਂ ਦੇ। ਸਵਰ ਅਤੇ ਵਿਅੰਜਨ। ਸਵਰ ਕਿਸ ਨੂੰ ਕਹਿੰਦੇ ਹਨ? ਕਿਸੇ ਹੋਰ ਵਰਨ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਣ ਵਾਲੇ ਵਰਨਾਂ ਨੂੰ ਸਵਰ ਕਹਿੰਦੇ ਹਨ। ਜਿਹੜਾ ਵਰਨ ਦੂਸਰੇ ਵਰਨ ਦੀ ਸਹਾਇਤਾ ਤੋਂ ਬਿਨਾਂ ਹੀ ਬੋਲਿਆ ਜਾ ਸਕਦਾ ਹੈ, ਉਸਨੂੰ ਕਿਸੇ ਵਰਨ ਦੀ ਸਹਾਇਤਾ ਦੀ ਬੋਲਣ ਲਈ ਕਿਸੇ ਵਰਗ ਦੇ ਸਹਾਇਤਾ ਦੀ ਲੋੜ ਨਹੀਂ ਹੁੰਦੀ, ਉਸਨੂੰ ਸਵਰ ਕਹਿੰਦੇ ਹਨ। ਪੰਜਾਬੀ ਵਿੱਚ 3 ਸਵਰ ਹਨ, ਊੜਾ, ਐੜਾ, ਈੜੀ, ਜਿਨ੍ਹਾਂ ਤੋਂ 10 ਲਗਾਂ ਬਣਦੀਆਂ ਹਨ। ਇਟ ਮੀਨਸ ਇਹ ਤਿੰਨਾਂ ਅੱਖਰਾਂ ਤੋਂ ਹੀ ਪੰਜਾਬੀ ਭਾਸ਼ਾ ਦੀਆਂ 10 ਮਾਤਰਾਵਾਂ ਬਣੀਆਂ ਹਨ। ਵਿਅੰਜਨ। ਕਿਸੇ ਹੋਰ ਸਵਰ ਦੀ ਸਹਾਇਤਾ ਬਿਨਾਂ ਨਾ ਬੋਲੇ ਜਾ ਸਕਣ ਵਾਲੇ ਅੱਖਰਾਂ ਨੂੰ ਵਿਅੰਜਨ ਕਹਿੰਦੇ ਹਨ। ਬਲਕਿ ਜੋ ਸਵਰ ਦੂਜੇ ਸਵਰ ਦੀ ਸਹਾਇਤਾ ਤੋਂ ਬਿਨਾਂ ਨਹੀਂ ਬੋਲੇ ਜਾ ਸਕਦੇ, ਉਹਨਾਂ ਨੂੰ ਵਿਅੰਜਨ ਕਹਿੰਦੇ ਹਨ। ਗੁਰਮੁਖੀ ਵਰਣਮਾਲਾ ਵਿੱਚ ਸੱਸਾ ਤੋਂ ਰਾੜਾ ਤੱਕ ਸਾਰੇ ਅੱਖਰ ਵਿਅੰਜਨ ਹਨ। ਜੋ ਗੁਰਮੁਖੀ ਪੰਜਾਬੀ ਹੈ ਉਹ ਸੱਸਾ ਤੋਂ ਲੈ ਕੇ ਰਾੜਾ ਤੱਕ ਸਾਰੇ ਅੱਖਰ ਵਿਅੰਜਨ ਹਨ। ਵਿਅੰਜਨ ਦੀਆਂ ਕੁਝ ਹੋਰ ਕਿਸਮਾਂ। ਅਨੁਨਾਸਿਕ ਵਿਅੰਜਨ, ਦੁੱਤ ਅੱਖਰ। ਅਨੁਨਾਸਿਕ ਵਿਅੰਜਨ ਜਿਨ੍ਹਾਂ ਦੀ ਆਵਾਜ਼ ਨੱਕ ਰਾਹੀਂ ਨਿਕਲੇ ਉਸ ਨੂੰ ਅਨੁਨਾਸਿਕ ਵਿਅੰਜਨ ਕਹਿੰਦੇ ਹਨ। ਪੰਜਾਬੀ ਵਿੱਚ 5 ਅਨੁਨਾਸਿਕ ਵਿਅੰਜਨ ਹਨ, ਜਿਵੇਂ ਅਈਆਂ, ਵਈਆਂ, ਣਾਣਾ, ਨੰਨਾ, ਮੰਮਾ। ਇਹ ਸਾਰੇ ਕੀ ਹਨ? ਅਨੁਨਾਸਿਕ। ਜਦ ਅਸੀਂ ਬੋਲਦੇ ਹਾਂ ਤੇ ਇਹਨਾਂ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ, ਇਸ ਕਰਕੇ ਇਹ ਕੀ ਹਨ? ਅਨੁਨਾਸਿਕ। ਦੁੱਤ ਅੱਖਰ ਉਹ ਅੱਖਰ ਜਿਹੜੇ ਅੱਖਰ ਅੱਧੇ ਰੂਪ ਵਿੱਚ ਕਿਸੇ ਅੱਖਰ ਦੇ ਪੈਰ ਵਿੱਚ ਲੱਗ ਕੇ ਆਵਾਜ਼ ਦੇਣ, ਦੁੱਤ ਅੱਖਰ ਕਹਾਉਂਦੇ ਹਨ। ਇਟ ਮੀਨਸ ਜਿਹੜੇ ਕੁਝ ਪੰਜਾਬੀ ਵਿੱਚ 3 ਦੁੱਤ ਅੱਖਰ ਹਨ ਜੋ ਅੱਖਰਾਂ ਦੇ ਪੈਰਾਂ ਵਿੱਚ ਲੱਗਦੇ ਹਨ, ਉਹ 3 ਹਨ, ਹ, ਵੱਵਾ, ਰਾਰਾ। ਰਾਰਾ ਨੂੰ ਇਸ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਪੈਰਾਂ ਵਿੱਚ ਲਿਖਿਆ ਜਾਂਦਾ ਹੈ, ਜਿਵੇਂ ਪੜ੍ਹਦੀ, ਪਰ ਇਹ ਜੋ ਹੈ ਇਹ ਰਾ ਦਾ ਰੂਪ ਹੈ, ਪ੍ਰਭਾਤ, ਸਵੈ ਜੀਵਨੀ ਆਦਿ।